हाँ जी डियर स्टूडेंट्स, अपना जी एक नवी इन्फॉर्मेशन लेके आए हैं। देखो ਤੁਹਾਨੂੰ पता पब्लिक सैक्टर बैंक ਹੁੰਦੇ ਨੇ, ठीक है, एक रीजनल रूरल बैंक ਹੁੰਦੇ ਨੇ। ਇਹਨਾਂ ਬੈਂਕਾਂ ਦੇ ਵਿੱਚ ਨੌਕਰੀ ਦੇ ਲਈ ਇੱਕ ਸੰਸਥਾ ਹੈ IBPS। IBPS ਇੱਕ ਅਜਿਹੀ ਸੰਸਥਾ ਜਿਹੜੀ ਇਹਨਾਂ ਬੈਂਕਾਂ ਦੇ ਵਿੱਚ ਵੱਖ-ਵੱਖ ਕਿਸਮ ਦੇ ਮੁਲਾਜ਼ਮਾਂ ਦੀ ਭਰਤੀ ਲਈ, ਠੀਕ ਹੈ, ਟੈਸਟ ਕੰਡਕਟ ਕਰਦੀ ਆ, ਇੰਟਰਵਿਊ ਕੰਡਕਟ ਕਰਦੀ ਆ। ਇਹ IBPS ਸੰਸਥਾ ਦਾ ਕੰਮ ਆ, ਠੀਕ ਹੈ। ਤੇ ਸ਼ੁਰੂ ਦੇ ਵਿੱਚ ਹੀ IBPS ਸੰਸਥਾ ਦੁਆਰਾ ਨੋਟੀਫਿਕੇਸ਼ਨ ਦੇ ਦਿੱਤਾ ਜਾਂਦਾ ਸਾਲ ਦੇ ਸ਼ੁਰੂ ਦੇ ਵਿੱਚ ਹੀ, ਜਿਹਦੇ ਵਿੱਚ ਹੋਣ ਵਾਲੇ ਟੈਸਟਾਂ ਦੀ ਇਹਨਾਂ ਵੱਖ-ਵੱਖ ਪੋਸਟਾਂ ਦੇ ਵਿੱਚ, ਇਹਨਾਂ ਬੈਂਕਾਂ ਦੇ ਵਿੱਚ ਵੱਖ-ਵੱਖ ਪੋਸਟਾਂ ਦੇ ਵਿੱਚ ਹੋਣ ਵਾਲੇ ਟੈਸਟਾਂ ਦੇ ਲਈ ਡੇਟ ਜਾਰੀ ਕਰ ਦਿੱਤੀ ਜਾਂਦੀ ਹੈ। ਤੇ ਬੇਸਿਕ ਪ੍ਰੋਸੈਸ ਕੀ ਹੋਊਗਾ ਪੋਸਟ ਅਪਲਾਈ ਕਰਨ ਲਈ, ਉਹਦੇ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ, ਠੀਕ ਹੈ। ਤੇ ਹੁਣ ਦੇਖੋ ਆਪਾਂ ਕੀ ਕਰ ਰਹੇ ਹਾਂ, ਪਹਿਲਾਂ ਆਪਾਂ IBPS ਸੰਸਥਾ ਦਾ ਜਿਹੜਾ ਨੋਟੀਫਿਕੇਸ਼ਨ ਆ ਉਹ ਦੇਖ ਰਹੇ ਹਾਂ। ਇਹਦੇ 'ਚ ਕੁਝ ਟਰਮਾਂ ਸਮਝਿਓ ਜਿਹਨੇ ਬੈਂਕ ਦੇ ਵਿੱਚ ਜੋਬ ਲੈਣੀ ਹੈ। ਬੈਂਕ ਦੇ ਵਿੱਚ ਜੋਬ ਲੈਣ ਵਾਲੇ ਵਿਦਿਆਰਥੀਆਂ ਲਈ ਬਹੁਤ ਸਮਝਣਾ ਜ਼ਰੂਰੀ ਆ। ਕਈ ਵਿਦਿਆਰਥੀਆਂ ਨੂੰ ਇਹੀ ਨਹੀਂ ਪਤਾ ਲੱਗਦਾ ਵੀ ਕਿਹੜੇ ਬੈਂਕ ਦੇ ਵਿੱਚ ਕਿਸ ਢੰਗ ਨਾਲ ਜੋਬ ਲਈ ਜਾਏਗੀ, ਠੀਕ ਹੈ। ਤਾਂ ਪੜ੍ਹੋ ਉੱਪਰ ਟੈਂਟੇਟਿਵ ਕੈਲੰਡਰ ਆਫ ਆਨਲਾਈਨ CRP। CRP ਦਾ ਮੀਨਿੰਗ ਹੁੰਦਾ ਕਾਮਨ ਰਿਕਰੂਟਮੈਂਟ ਪ੍ਰੋਸੈਸ, ਮਤਲਬ ਭਰਤੀ ਕਰਨ ਦੇ ਲਈ, ਜੋਬ ਦੇਣ ਦੇ ਲਈ ਕਾਮਨ ਰਿਕਰੂਟਮੈਂਟ ਪ੍ਰੋਸੈਸ ਫॉर RRBs ਐਂਡ PSBs। RRB ਰੀਜਨਲ ਰੂਰਲ ਬੈਂਕਸ, ਠੀਕ ਹੈ। PSB ਮਤਲਬ ਪਬਲਿਕ ਸੈਕਟਰ ਬੈਂਕਸ। ਇਹਨਾਂ ਬੈਂਕਾਂ ਦੇ ਵਿੱਚ ਭਰਤੀ ਦੇ ਲਈ, ਰਿਕਰੂਟਮੈਂਟ ਦੇ ਲਈ ਆਪਣੇ ਕੋਲੇ 2024-25 ਸੈਸ਼ਨ, ਠੀਕ ਹੈ, ਕੀ ਪ੍ਰੋਸੀਜਰ ਆ, ਕੀ ਕੈਲੰਡਰ ਆ, ਉਹ ਜਾਰੀ ਕੀਤਾ IBPS ਨੇ, ਠੀਕ ਹੈ। ਇਹਦੇ 'ਚੋਂ ਪਹਿਲਾਂ ਦੇਖੋ RRB ਮਤਲਬ ਰੀਜਨਲ ਰੂਰਲ ਬੈਂਕਸ ਦੇ ਵਿੱਚ ਜਿਹੜੀ ਜੋਬ ਆ, ਠੀਕ ਹੈ, ਉਹਦੇ 'ਚ ਕੀ ਲਿਖਿਆ ਹੋਇਆ CRP RRB, ਠੀਕ ਹੈ, 13 ਰੋਮਨ ਅੰਕਾਂ ਦੇ ਵਿੱਚ ਲਿਖਿਆ ਹੋਇਆ। ਮਤਲਬ ਕੀ ਆ, ਕਾਮਨ ਰਿਕਰੂਟਮੈਂਟ ਪ੍ਰੋਸੈਸ ਫॉर RRB ਰੀਜਨਲ ਰੂਰਲ ਬੈਂਕਾਂ ਦੇ ਵਿੱਚ 13ਵਾਂ ਮਤਲਬ 13ਵੀਂ ਵਾਰ ਇਹ ਪੇਪਰ ਹੋ ਰਿਹਾ, ਠੀਕ ਹੈ, 13ਵੀਂ ਵਾਰ ਭਰਤੀ ਕੀਤੀ ਜਾ ਰਹੀ ਆ। ਤੇ ਹੁਣ ਦੇਖੋ ਆਫਿਸ ਅਸਿਸਟੈਂਟ ਕਿਹੜੀ ਪੋਸਟ ਕਿਹੜੀ ਆ, ਠੀਕ ਹੈ। RRB ਦੇ ਵਿੱਚ ਅੱਗੇ ਆਫਿਸ ਅਸਿਸਟੈਂਟਸ ਇੱਕ ਤਾਂ ਪੋਸਟ ਇਹ ਹੁੰਦੀ ਆ, ਤੇ ਇੱਕ ਹੁੰਦੀ ਹੈ CRP RRB 13 ਆਫਿਸਰਸ, ਮਤਲਬ ਭਾਂਤ-ਭਾਂਤ ਕਿਸਮ ਦੇ, ਕਿਸਮ ਦੇ ਆਫਿਸਰਸ, ਠੀਕ ਹੈ। ਕਿਹੜੇ ਬੈਂਕਾਂ ਦੇ ਵਿੱਚ ਆਪਾਂ ਗੱਲ ਕਰ ਰਹੇ ਹਾਂ, ਪਹਿਲਾਂ RRB ਰੀਜਨਲ ਰੂਰਲ ਬੈਂਕ, ਠੀਕ ਹੈ, ਖੇਤਰੀ ਪੇਂਡੂ ਬੈਂਕ ਕਹਿ ਸਕਦੇ ਆਪਾਂ ਇਹਨਾਂ ਨੂੰ। ਇਹ ਧਿਆਨ 'ਚ ਰੱਖਿਓ, ਬੜੀ ਇਨਫੋਰਮੇਸ਼ਨ ਜ਼ਰੂਰੀ ਹੈ ਜਿਨ੍ਹਾਂ ਨੇ ਬੈਂਕ ਦੇ ਵਿੱਚ ਜੋਬ ਲੈਣੀ ਹੈ, ਕਿਉਂਕਿ ਬੈਂਕਾਂ ਦੇ ਵਿੱਚ 2-3 ਤਰੀਕਿਆਂ ਨਾਲ ਭਰਤੀ ਹੁੰਦੀ ਆ, ਠੀਕ ਹੈ। ਉਹ ਭਰਤੀ ਦੇ ਲਈ ਆਪਾਂ ਨੂੰ ਬੇਸਿਕ ਜਾਣਕਾਰੀ ਹੋਣੀ ਬੜੀ ਜ਼ਰੂਰੀ ਹੈ ਜਦੋਂ ਵੀ ਆਪਾਂ ਪੇਪਰ ਭਰਦੇ ਹਾਂ, ਠੀਕ ਹੈ। ਤਾਂ ਪਹਿਲਾ ਕਿਹੜਾ ਮੈਂ ਤੁਹਾਨੂੰ ਬੋਲਿਆ RRB, ਠੀਕ ਹੈ, ਰੀਜਨਲ ਰੂਰਲ ਬੈਂਕ। ਹੁਣ ਦੇਖੋ ਇਹਦੇ ਕਈ ਪੋਸਟਾਂ ਦੇ ਲਈ 2 ਪੇਪਰ ਹੁੰਦੇ ਨੇ, ਕਈ ਪੋਸਟਾਂ ਦੇ ਲਈ ਸਿੰਗਲ ਪੇਪਰ ਹੁੰਦਾ, ਸਮਝੇ ਗੱਲ। ਕਈ ਪੋਸਟਾਂ ਦੇ ਲਈ 2 ਪੇਪਰ ਹੁੰਦੇ ਨੇ, ਕਈ ਪੋਸਟਾਂ ਦੇ ਲਈ ਸਿੰਗਲ ਪੇਪਰ ਹੁੰਦਾ। ਜਿਹੜੀਆਂ ਪੋਸਟਾਂ ਦੇ ਲਈ 2 ਪੇਪਰ ਹੁੰਦੇ ਨੇ, ਠੀਕ ਹੈ, ਉਹਨਾਂ 'ਚ ਇੱਕ ਤਾਂ ਹੁੰਦਾ ਪ੍ਰੀਲਿਮਿਨਰੀ ਐਗਜ਼ਾਮੀਨੇਸ਼ਨ, ਇੱਕ ਹੁੰਦਾ ਮੇਨ ਐਗਜ਼ਾਮੀਨੇਸ਼ਨ। ਇਹ ਧਿਆਨ 'ਚ ਰੱਖਿਓ, ਠੀਕ ਹੈ। ਜਿਹੜਾ ਸਿੰਗਲ ਐਗਜ਼ਾਮੀਨੇਸ਼ਨ ਲਿਖਤਾ ਉਹਦਾ ਮਤਲਬ ਇੱਕੋ ਹੀ ਪੇਪਰ ਹੋਣਾ, ਠੀਕ ਹੈ। ਤਾਂ ਦੇਖੋ ਆਪਾਂ ਪਹਿਲਾਂ ਤਾਂ ਆਫਿਸ ਅਸਿਸਟੈਂਟ ਤੇ ਆਫਿਸਰ ਸਕੇਲ 1 ਕਿਹੜੇ ਆਫਿਸ ਅਸਿਸਟੈਂਟ, ਦੇਖੋ ਇਹ ਵਾਲੀ ਲਾਈਨ ਪੜ੍ਹੋ, ਆਫਿਸ ਅਸਿਸਟੈਂਟ ਤੇ ਆਫਿਸਰ ਸਕੇਲ 1। ਇਹ ਜਿਹੜੀਆਂ ਪੋਸਟਾਂ ਨੇ, ਇਹਨਾਂ ਪੋਸਟਾਂ ਦੇ ਲਈ 2 ਪੇਪਰ ਹੁੰਦੇ ਨੇ। ਤਾਂ ਪਹਿਲਾਂ ਦੇਖੋ ਪ੍ਰੀਲਿਮਿਨਰੀ ਐਗਜ਼ਾਮੀਨੇਸ਼ਨ ਮਤਲਬ ਪਹਿਲਾ ਐਗਜ਼ਾਮੀਨੇਸ਼ਨ ਜਿਹੜਾ ਇਹਨਾਂ ਦੋਨੇ ਪੋਸਟਾਂ ਦੇ ਲਈ ਹੋਏਗਾ, ਉਹਦੀਆਂ ਆਪਣੇ ਕੋਲ 5 ਡੇਟਾਂ ਦਿੱਤੀਆਂ ਨੇ, 3/8/2024, 4/8/2024, 10/8/2024, 17/8/2024, 18/8/2024। ਹੋ ਗਈ ਗੱਲ ਕਲੀਅਰ। ਹੁਣ ਇੰਨਾ ਹੀ ਪੋਸਟਾਂ ਦਾ ਮੈਂ ਤੁਹਾਨੂੰ ਦੱਸ ਚੁੱਕਿਆ ਵੀ ਦੋਨੇ ਪੋਸਟਾਂ ਦੇ ਲਈ 2 ਪੇਪਰ ਹੋਣੇ ਨੇ। ਤਾਂ ਦੂਜਾ ਪੇਪਰ ਕਿਹੜਾ ਹੁੰਦਾ, ਮੇਨ ਐਗਜ਼ਾਮੀਨੇਸ਼ਨ। ਦੇਖੋ ਪਹਿਲਾ ਤਾਂ ਹੋ ਗਿਆ ਆਪਣੇ ਕੋਲ ਪ੍ਰੀਲਿਮਿਨਰੀ, ਦੂਜਾ ਹੋ ਗਿਆ ਆਪਣੇ ਕੋਲ ਮੇਨ ਐਗਜ਼ਾਮੀਨੇਸ਼ਨ। ਤਾਂ ਜਿਹੜਾ ਮੇਨ ਐਗਜ਼ਾਮੀਨੇਸ਼ਨ ਆ ਇਹਨਾਂ ਪੋਸਟਾਂ ਦੇ ਲਈ, ਠੀਕ ਹੈ, ਉਹਨਾਂ ਵਿੱਚੋਂ ਹੁਣ ਪਹਿਲਾਂ ਤਾਂ ਆਫਿਸਰ ਸਕੇਲ 1, ਠੀਕ ਹੈ, ਆਫਿਸਰ ਸਕੇਲ 1 ਇਹਦਾ ਜਿਹੜਾ ਦੂਜਾ ਪੇਪਰ ਆ, ਠੀਕ ਹੈ, ਉਹ ਹੋਊਗਾ 29/9/2024 ਤੇ ਆਫਿਸ ਅਸਿਸਟੈਂਟ ਦੇ ਲਈ 6/10/2024।
देखो समझ गए गल, आ ऑफिसर स्केल 1 सी ते आ भी ऑफिसर स्केल 1 आ। ਇਹਦਾ ਪਹਿਲਾ ਪੇਪਰ ਉੱਪਰ ਦਿੱਤੀਆਂ ਵੀ ਆ 5 ਡੇਟਾਂ, ਇਹਦਾ ਦੂਜਾ ਪੇਪਰ 29/9 ਨੂੰ, ਠੀਕ ਹੈ। ਇਸੇ ਤਰ੍ਹਾਂ ਆ ਗਈ ਸੀ ਆਫਿਸ ਅਸਿਸਟੈਂਟ ਤੇ ਆ ਗਈ ਸੀ ਆਫਿਸ ਅਸਿਸਟੈਂਟ, ਠੀਕ ਹੈ। ਇਹਦਾ ਪਹਿਲਾ ਪੇਪਰ 5 ਡੇਟਾਂ ਨੂੰ, ਇਹਦਾ ਦੂਜਾ ਪੇਪਰ 6/10/2024 ਨੂੰ, ਠੀਕ। ਗੱਲ ਕਲੀਅਰ ਹੋਈ। ਹੁਣ ਦੇਖੋ ਇੱਕ ਇਹਨਾਂ ਹੀ ਬੈਂਕਾਂ ਦੇ ਵਿੱਚ, ਠੀਕ ਹੈ, ਇਹਨਾਂ ਹੀ ਬੈਂਕਾਂ ਦੇ ਵਿੱਚ ਆਪਣੇ ਕੋਲੇ ਸਿੰਗਲ ਐਗਜ਼ਾਮੀਨੇਸ਼ਨ, ਮਤਲਬ ਆਹ ਵਾਲੀਆਂ ਪੋਸਟਾਂ ਦੇ ਲਈ ਧਿਆਨ ਦਿਓ ਜਿਹਦੀ ਆਪਾਂ ਗੱਲ ਨਹੀਂ ਕੀਤੀ। ਕਿਹੜੀਆਂ ਪੋਸਟਾਂ ਨੇ? ਆਫਿਸਰ ਸਕੇਲ 2 ਐਂਡ 3। ਇਹਨਾਂ ਪੋਸਟਾਂ ਦੇ ਲਈ ਸਿੰਗਲ ਐਗਜ਼ਾਮੀਨੇਸ਼ਨ ਹੁੰਦਾ। ਦੇਖੋ ਲਿਖਤਾ ਨਾ, ਸਿੰਗਲ ਐਗਜ਼ਾਮੀਨੇਸ਼ਨ ਹੁੰਦਾ। ਇਹਨਾਂ ਦੀ ਡੇਟ ਕਿੰਨੀ ਦਿੱਤੀ ਹੈ? 29/9/2024। ਹੋ ਗਈ ਗੱਲ ਕਲੀਅਰ। ਇਹ ਸੀਗੀ ਕਿਹਦੀ ਸਾਰੀ ਗੱਲਬਾਤ? ਰੀਜਨਲ ਰੂਰਲ ਬੈਂਕ, ਠੀਕ ਹੈ। ਮੈਨੂੰ ਲੱਗਦਾ ਕਲੀਅਰ ਹੋ ਗਿਆ। ਹੁਣ ਆਪਾਂ ਚੱਲਦੇ ਹਾਂ ਪਬਲਿਕ ਸੈਕਟਰ ਬੈਂਕ, PSB, ਪਬਲਿਕ ਸੈਕਟਰ ਬੈਂਕ, ਯਾਦ ਰੱਖਿਓ, ਠੀਕ ਹੈ। ਇਹਨਾਂ ਦੇ ਵਿੱਚ ਆਪਣੇ ਕੋਲ 3 ਪ੍ਰਕਾਰ ਦੀਆਂ ਪੋਸਟਾਂ ਨਿਕਲਦੀਆਂ ਨੇ, 3 ਪ੍ਰਕਾਰ ਦੀਆਂ। ਕਿਹੜੀਆਂ ਕਿਹੜੀਆਂ? ਪਹਿਲੀ ਹੁੰਦੀ ਹੈ CRP ਕਲਰਕ, ਠੀਕ ਹੈ। ਦੂਜੀ ਹੁੰਦੀ ਆ CRP PO ਜਾਂ MT ਮੈਨੇਜਮੈਂਟ ਟ੍ਰੇਨੀ। ਤੀਜੀ ਹੁੰਦੀ ਆ CRP SPL ਸਪੈਸ਼ਲਿਸਟ, ਠੀਕ ਹੈ। ਉਹ ਮੈਂ ਤੁਹਾਨੂੰ ਦੱਸਦਾ ਡਿਟੇਲ ਦੇ ਵਿੱਚ ਕਿਹੜੀ ਕਿਹੜੀ ਕਿਵੇਂ ਕਿਵੇਂ ਹੁੰਦੀ ਆ। ਹੁਣ ਦੇਖੋ ਇਹਦੇ ਵਿੱਚੋਂ ਪਹਿਲਾਂ PSB ਮਤਲਬ ਕਲੀਅਰ ਹੋ ਗਿਆ, ਪਬਲਿਕ ਸੈਕਟਰ ਬੈਂਕ, ਠੀਕ ਹੈ। ਦੂਜਾ ਆਪਣੇ ਕੋਲ CRP ਉੱਪਰ ਵੀ ਸ਼ਬਦ ਆਇਆ ਸੀ, ਕਾਮਨ ਰਿਕਰੂਟਮੈਂਟ ਪ੍ਰੋਸੈਸ, ਠੀਕ ਹੈ। ਉਹਦੇ ਵਿੱਚ ਅੱਗੇ ਕਲਰਕ, ਪਹਿਲੀ ਹੋ ਗਈ ਕਲਰਕ। ਕਲਰਕ ਦੇ ਨਾਲ ਕੀ ਲਿਖਿਆ ਹੋਇਆ ਰੋਮਨ ਅੰਕਾਂ ਦੇ ਵਿੱਚ? 14, ਠੀਕ ਹੈ। ਤਾਂ ਇਹਦਾ ਮਤਲਬ ਕੀ ਹੈ? ਕਲਰਕ ਦੀ ਭਰਤੀ ਇਸ ਡਿਪਾਰਟਮੈਂਟ ਦੁਆਰਾ 14ਵੀਂ ਵਾਰ ਕੀਤੀ ਜਾ ਰਹੀ ਹੈ, 14ਵੀਂ ਵਾਰ ਇਹ ਪੇਪਰ ਹੋ ਰਿਹਾ, ਠੀਕ ਹੈ। ਤਾਂ ਦੂਜਾ ਕੀ ਆਪਣੇ ਕੋਲ? CRP PO ਦਾ ਮਤਲਬ ਹੁੰਦਾ ਪ੍ਰੋਬੇਸ਼ਨਰੀ ਆਫਿਸਰ, ਠੀਕ ਹੈ। ਤੇ MT ਦਾ ਮਤਲਬ ਹੁੰਦਾ ਮੈਨੇਜਮੈਂਟ ਟ੍ਰੇਨੀ, ਠੀਕ। ਹੁਣ ਇਹਦੇ ਨਾਲ ਵੀ 14 ਲਿਖਤਾ, ਮਤਲਬ ਰੋਮਨ ਅੰਕਾਂ ਦੇ ਵਿੱਚ 14 ਦਾ ਮਤਲਬ ਵੀ ਇਹ ਵੀ 14ਵੀਂ ਵਾਰ ਭਰਤੀ ਕਰ ਰਹੇ ਨੇ, ਠੀਕ ਹੈ। ਉਦੋਂ ਬਾਅਦ SPL ਹੁੰਦਾ ਸਪੈਸ਼ਲਿਸਟ ਆਫਿਸਰਸ, ਮਤਲਬ ਜਿਵੇਂ ਕੋਈ IT ਦਾ ਹੋ ਗਿਆ, ਕੰਪਿਊਟਰ ਲਾਈਨ ਦਾ ਹੋ ਗਿਆ, ਠੀਕ ਹੈ। ਕੋਈ ਸਪੈਸ਼ਲ ਮਤਲਬ ਕਿਸੇ ਵੀ ਖੇਤਰ ਦੇ ਵਿੱਚ ਸਪੈਸ਼ਲਿਸਟ ਭਰਤੀ ਕਰਨੇ, ਜਿਵੇਂ ਇਨਫੋਰਮੇਸ਼ਨ ਟੈਕਨੋਲੋਜੀ ਕਹਿ ਲਓ ਉਦਾਹਰਨ, ਠੀਕ। ਗੱਲ ਕਲੀਅਰ ਹੋਈ। ਹੁਣ ਆਪਣੇ ਕੋਲ 3 ਤਰ੍ਹਾਂ ਦੀਆਂ ਪੋਸਟਾਂ ਹੋ ਗਈਆਂ। ਹੁਣ ਇਹ ਧਿਆਨ ਦਿਓ, ਇਹਦੇ 'ਚ ਕਲਰਕ ਲਈ ਵੀ, ਇਹਦੇ 'ਚ PO ਲਈ ਵੀ, ਇਹਦੇ 'ਚ ਸਪੈਸ਼ਲਿਸਟ ਲਈ ਵੀ, ਇਹਨਾਂ ਤਿੰਨਾਂ ਪੋਸਟਾਂ ਦੇ ਲਈ 2-2 ਪੇਪਰ ਕੰਪਲਸਰੀ ਨੇ, ਹੁੰਦੇ ਨੇ, ਸਮਝ ਕੇ। ਹੁਣ 2-2 ਪੇਪਰ ਦਾ ਮਤਲਬ ਕੀ ਬਣਿਆ? ਪਹਿਲਾ ਹੋ ਗਿਆ ਪ੍ਰੀਲਿਮਿਨਰੀ ਐਗਜ਼ਾਮੀਨੇਸ਼ਨ, ਦੂਜਾ ਹੋ ਗਿਆ ਮੇਨ ਐਗਜ਼ਾਮੀਨੇਸ਼ਨ। ਇਹ ਦੋਨੋਂ ਪੇਪਰ ਹੋਣਗੇ। ਮਤਲਬ ਪਹਿਲਾ ਪ੍ਰੀਲਿਮਿਨਰੀ ਐਗਜ਼ਾਮੀਨੇਸ਼ਨ ਦੇ ਵਿੱਚੋਂ ਬੱਚੇ ਛਾਂਟੇ ਜਾਂਦੇ ਨੇ, ਫਿਰ ਮੇਨ ਐਗਜ਼ਾਮੀਨੇਸ਼ਨ ਦੇ ਵਿੱਚ ਛਾਂਟੇ ਹੋਏ ਬੱਚੇ ਬਹਿੰਦੇ ਨੇ, ਠੀਕ ਹੈ। ਹੁਣ ਦੇਖੋ ਉਹੀ ਗੱਲ, ਇਹਦੇ 'ਚ ਪਹਿਲੀ ਪੋਸਟ ਹੈਗੀ ਹੈ ਕਲਰਕ, ਠੀਕ ਹੈ। ਉਰੇ ਆਪਾਂ ਕੀ ਪੜ੍ਹਿਆ ਸੀ? ਕਲਰਕ। ਕਲੀਅਰ ਹੋ ਗਈ ਗੱਲ। ਇਹਨਾਂ ਦੀਆਂ ਕਿਹੜੇ ਡੇਟਾਂ ਨੇ ਕਲਰਕ ਦੇ ਲਈ? ਪਹਿਲੀ 24/8, ਦੂਜੀ 25/8, ਤੀਜੀ 31/8। ਇਹ ਪ੍ਰੀਲਿਮਿਨਰੀ ਐਗਜ਼ਾਮੀਨੇਸ਼ਨ ਦੇ ਲਈ ਹੈ, ਇਸ ਐਗਜ਼ਾਮੀਨੇਸ਼ਨ ਦੇ ਲਈ। ਹੋਈ ਗੱਲ ਕਲੀਅਰ। ਹੁਣ ਦੇਖੋ ਅਗਲਾ, ਇਸੇ ਕਲਰਕ ਦੀ ਪੋਸਟ ਦੇ ਲਈ ਹੀ ਮੇਨ ਐਗਜ਼ਾਮੀਨੇਸ਼ਨ ਆ ਪਿਆ, ਠੀਕ ਹੈ। ਮੇਨ ਐਗਜ਼ਾਮੀਨੇਸ਼ਨ ਆ ਪਿਆ 13/10/2024। ਜਿਹੜਾ ਵਿਦਿਆਰਥੀ ਪਹਿਲਾਂ ਕਲੀਅਰ ਕਰੂ ਫਿਰ ਦੂਜੇ ਦੇ ਵਿੱਚ ਜਾਊਗਾ, ਦੂਜੇ ਦੇ ਵਿੱਚੋਂ ਮੇਨ ਐਗਜ਼ਾਮੀਨੇਸ਼ਨ 13/10/2024 ਨੂੰ ਹੋਊਗਾ, ਠੀਕ ਹੈ। ਇਸੇ ਤਰ੍ਹਾਂ ਦੇਖੋ ਪ੍ਰੋਬੇਸ਼ਨਰੀ ਆਫਿਸਰ ਦੀ ਗੱਲ ਕਰੀਏ, ਆ ਪਿਆ ਪ੍ਰੋਬੇਸ਼ਨਰੀ ਆਫਿਸਰ, ਠੀਕ ਹੈ। ਤਾਂ ਉਰੇ ਆ ਗਿਆ ਇਹ ਆ ਪਿਆ PO, ਠੀਕ ਹੈ। MT ਦੀ ਫੁੱਲ ਫਾਰਮ ਦਿੱਤੀ ਨਹੀਂ, ਮੈਨੇਜਮੈਂਟ ਟ੍ਰੇਨੀ ਹੁੰਦਾ, ਠੀਕ ਹੈ। ਇਹਨਾਂ ਦੀ ਪ੍ਰੀਲਿਮਿਨਰੀ ਐਗਜ਼ਾਮੀਨੇਸ਼ਨ ਕਦੋਂ ਆ ਪਏ ਨੇ ਡੇਟ, ਠੀਕ ਹੈ। ਕਦੋਂ ਦਾ? 19/10/24, 20/10/24। ਮੇਨ ਐਗਜ਼ਾਮੀਨੇਸ਼ਨ ਕਦੋਂ ਦਾ? 30/11/24। ਇਹ ਇਸੇ ਪੋਸਟ ਲਈ ਮੇਨ ਐਗਜ਼ਾਮੀਨੇਸ਼ਨ ਹੋ ਗਿਆ। ਇਸੇ ਤਰ੍ਹਾਂ ਸਪੈਸ਼ਲਿਸਟ ਆਫਿਸਰ SPL, ਠੀਕ ਹੈ। ਉਹਨਾਂ ਲਈ 9/11/24 ਤੇ 14/12/24 2 ਪੇਪਰ ਹੁੰਦੇ ਨੇ। ਕਲੀਅਰ ਹੋਈ ਗੱਲ। ਇਹ ਸੀਗੀ ਦੇਖੋ ਡੇਟਸ ਬਾਰੇ ਜਾਣਕਾਰੀ। ਮੇਰਾ ਟਾਰਗੇਟ ਤੁਹਾਨੂੰ ਡੇਟਸ ਬਾਰੇ ਜਾਣਕਾਰੀ ਦੇਣ ਨਾਲੋਂ ਜ਼ਿਆਦਾ ਇਹ ਸੀਗਾ ਵੀ ਤੁਸੀਂ ਇਹ ਸਮਝ ਸਕੋ ਇਹਨਾਂ ਦੀ ਫੁੱਲ ਫਾਰਮ ਕੀ ਆ, ਠੀਕ ਹੈ। ਤੇ ਇਹ ਮਤਲਬ ਕਿਸ ਕਿਸਮ ਦੀਆਂ ਪੋਸਟਾਂ ਨਿਕਲਦੀਆਂ ਨੇ, ਠੀਕ ਹੈ। ਅਸਲੀ ਟਾਰਗੇਟ ਨਾਲ ਇਹ ਸੀਗਾ ਵੀ ਤੁਸੀਂ ਸਾਰੇ ਟੈਸਟਾਂ ਬਾਰੇ, ਬੈਂਕ ਦੀਆਂ ਪੋਸਟਾਂ ਬਾਰੇ, ਕਿਸ ਕਿਸਮ ਦੇ ਬੈਂਕ ਨੇ, ਉਹਨਾਂ ਦੇ ਵਿੱਚ ਭਰਤੀ ਕਿਸ ਪ੍ਰਕਿਰਿਆ ਨਾਲ ਹੁੰਦੀ ਹੈ, ਮੇਰਾ ਟਾਰਗੇਟ ਇਹ ਦੱਸਣਾ ਸੀ ਤੁਹਾਨੂੰ, ਠੀਕ ਹੈ। ਕੱਲੀਆਂ ਡੇਟਸ ਤਾਂ ਤੁਸੀਂ ਦੇਖੋ ਨੋਟੀਫਿਕੇਸ਼ਨ ਪੜ੍ਹ ਕੇ ਵੀ ਸਮਝ ਸਕਦੇ ਹੋ। ਹਜੇ ਹੋਰ ਵੀ ਡਿਟੇਲ 'ਚ ਚੱਲਦੇ ਹਾਂ ਆਪਾਂ।
ਦੇਖੋ ਪ੍ਰੋਸੈਸ ਆਫ ਰਜਿਸਟ੍ਰੇਸ਼ਨ ਦਾ ਪ੍ਰੋਸੈਸ ਤੁਸੀਂ ਸਮਝਦੀ ਹੋ ਵੀ ਆਪਾਂ ਜਦੋਂ ਪੋਸਟ ਅਪਲਾਈ ਕਰਨੀ ਆ ਤਾਂ ਕਿਸ ਢੰਗ ਨਾਲ ਅਪਲਾਈ ਕਰਨੀ ਆ। ਠੀਕ ਹੈ, ਉਹਦੀ ਬੇਸਿਕ ਜੇ ਗੱਲਾਂ ਇਹਨਾਂ ਨੇ ਹੁਣੀ ਦੇਤੀਆਂ। ਰਜਿਸਟ੍ਰੇਸ਼ਨ ਪ੍ਰੋਸੈਸ ਵਿਲ ਵੀ ਥਰੂ ਆਨਲਾਈਨ ਮੋਡ ਓਨਲੀ। ਪਹਿਲਾ ਪੁਆਇੰਟ ਵੀ ਰਜਿਸਟ੍ਰੇਸ਼ਨ ਸਿਰਫ ਆਨਲਾਈਨ ਮੋਡ ਰਾਹੀਂ ਹੀ ਕੀਤੀ ਜਾਊਗੀ, ਮਤਲਬ ਆਫਲਾਈਨ ਕਿਸੇ ਦਾ ਵੀ ਫਾਰਮ ਨਹੀਂ ਲਿਆ ਜਾਊਗਾ, ਇਹ ਖਾਸ ਵਿਚਾਰ 'ਚ ਰੱਖਿਓ। ਦੇयर ਵਿਲ ਵੀ ਸਿੰਗਲ ਰਜਿਸਟ੍ਰੇਸ਼ਨ, ਇੱਕ ਵਾਰ ਰਜਿਸਟ੍ਰੇਸ਼ਨ ਹੋਗੀ ਫਾਰ ਬੋਥ ਪ੍ਰੀਲਿਮਿਨਰੀ ਤੇ ਮੇਨ ਐਗਜ਼ਾਮੀਨੇਸ਼ਨ। ਪ੍ਰੀਲਿਮਿਨਰੀ ਤੇ ਮੇਨ ਐਗਜ਼ਾਮੀਨੇਸ਼ਨ ਦੇ ਲਈ ਰਜਿਸਟ੍ਰੇਸ਼ਨ ਇੱਕੋ ਵਾਰ ਹੋਊਗੀ। ਠੀਕ ਹੈ, ਉਹਦੇ ਲਈ ਰਜਿਸਟ੍ਰੇਸ਼ਨ ਦੇ ਲਈ ਜਿਹੜੇ ਮੇਨ ਡਾਕੂਮੈਂਟ ਚਾਹੀਦੇ ਨੇ, ਕਿਹੜੇ ਚਾਹੀਦੇ ਨੇ, ਦੇਖੋ ਪਹਿਲਾਂ ਤਾਂ ਫੋਟੋਗ੍ਰਾਫ, ਦੂਜਾ ਸਿਗਨੇਚਰ, ਤੀਜਾ ਥੰਬ ਇੰਪ੍ਰੈਸ਼ਨ, ਠੀਕ ਹੈ, ਚੌਥਾ ਸਕੈਨਡ ਕਾਪੀ ਆਫ ਹੈਂਡ ਰਿਟਨ ਡਿਕਲੇਰੇਸ਼ਨ IBPS ਇਸ ਸੰਸਥਾ ਦੁਆਰਾ ਦਿੱਤੀ ਜਾਂਦੀ ਆ। ਵਿਦਿਆਰਥੀ ਉਹੀ ਇੱਕ ਪੇਜ ਦੇ ਉੱਪਰ ਲਿਖ ਕੇ ਅਪਲੋਡ ਕਰਦਾ। ਠੀਕ ਹੈ, ਹੁਣ ਦੇਖੋ ਇਹਦੇ 'ਚ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ। ਤੁਸੀਂ ਪੋਸਟਾਂ ਭਰਦੇ ਹੋ, ਪੋਸਟਾਂ ਬਾਰੇ ਤੁਹਾਨੂੰ ਪਤਾ ਹੁੰਦਾ ਨਹੀਂ, ਜ਼ਿਆਦਾਤਰ ਇਨਫੋਰਮੇਸ਼ਨ ਗਲਤ ਵੀ ਭਰ ਦਿੰਦੇ ਨੇ ਕਈ ਵਿਦਿਆਰਥੀ। ਇਹ ਗੱਲਾਂ ਦਾ ਵਿਸ਼ੇਸ਼ ਧਿਆਨ ਰੱਖੋ। 20 ਤੋਂ 50 KB ਇਹ ਫੋਟੋਗ੍ਰਾਫ ਜਿਹੜੀ ਤੁਸੀਂ ਸਕੈਨ ਕਰੋਗੇ ਉਹਦਾ ਸਾਈਜ਼ ਆ, ਉਸ ਫਾਈਲ ਦਾ ਸਾਈਜ਼ ਆ JPEG ਫਾਰਮੈਟ ਹੁੰਦਾ। ਕਿਹੜਾ ਫਾਰਮੈਟ ਹੁੰਦਾ? JPEG ਫਾਰਮੈਟ। ਇਸ ਫਾਰਮੈਟ ਦੇ ਵਿੱਚ ਤੁਸੀਂ ਅਪਲੋਡ ਕਰਨੀ ਆ। ਠੀਕ ਹੈ, ਇਸੇ ਤਰ੍ਹਾਂ ਜਿਹੜਾ ਸਿਗਨੇਚਰ ਆ ਉਹਦਾ ਸਾਈਜ਼ 10 ਤੋਂ 20, ਠੀਕ ਹੈ, 10 ਤੋਂ 20 ਤੇ JPEG ਫਾਰਮੈਟ, ਇਹ ਵੀ ਕਲੀਅਰ ਆ। ਅੱਛਾ, ਥੰਬ ਇੰਪ੍ਰੈਸ਼ਨ ਵੀ JPEG ਫਾਰਮੈਟ ਦੇ ਵਿੱਚ ਹੀ ਹੋਣਾ ਚਾਹੀਦਾ ਤੇ 20 ਤੋਂ ਲੈ ਕੇ 50 KB ਤੱਕ। ਠੀਕ ਹੈ, ਇਸੇ ਤਰ੍ਹਾਂ ਦੇਖੋ ਸਕੈਨਡ ਕਾਪੀ ਆਫ ਡਿਕਲੇਰੇਸ਼ਨ, ਇਹ ਜੋ ਡਿਪਾਰਟਮੈਂਟ ਦਿੰਦਾ ਉਹਦੇ। ਤੇ ਉਸ ਤੋਂ ਬਾਅਦ ਹੁਣ ਆਪਾਂ ਅਖੀਰ 'ਚ ਗੱਲ ਕਰਦੇ ਹਾਂ IBPS ਸੰਸਥਾ, ਜਿਹੜੀ ਮੈਂ ਤੁਹਾਨੂੰ ਦੱਸੀ ਸੀ ਉਹ ਕਿਹੜੀ ਸੰਸਥਾ? IBPS। ਇਹ ਸੰਸਥਾ ਦੁਆਰਾ ਬੈਂਕਾਂ ਦੇ ਵਿੱਚ ਭਰਤੀ ਕੀਤੀ ਜਾਂਦੀ ਹੈ। ਇਸ ਲਈ ਇਸ ਵੈਬਸਾਈਟ ਨੂੰ ਸਪੈਸ਼ਲੀ ਨੋਟ ਕਰ ਲਓ ਜਿਹੜੇ ਵਿਦਿਆਰਥੀ ਬੈਂਕ ਦੇ ਵਿੱਚ ਲੱਗਣ ਦੇ ਚਾਹਵਾਨ ਨੇ। ਇਹਦੇ ਵਿੱਚ ਲੇਟੈਸਟ ਅਪਡੇਸ਼ਨ ਆਉਂਦੀਆਂ ਰਹਿੰਦੀਆਂ ਨੇ, ਤੁਸੀਂ ਸਮੇਂ-ਸਮੇਂ 'ਤੇ ਚੈੱਕ ਕਰਦੇ ਰਹੋ। ਜਦੋਂ ਵੀ ਫਾਰਮ ਭਰਨੇ ਸ਼ੁਰੂ ਹੁੰਦੇ ਨੇ ਤੁਸੀਂ ਫਾਰਮ ਭਰ ਸਕਦੇ ਹੋ ਫਾਰਮ। ਠੀਕ ਹੈ, ਕੋਈ ਵੀ ਇਨਫੋਰਮੇਸ਼ਨ, ਕੋਈ ਵੀ ਅਪਡੇਸ਼ਨ ਇਸ ਦੇ ਰਿਗਾਰਡਿੰਗ ਆਉਂਦੀ ਆ ਤਾਂ ਇਸੇ ਵੈਬਸਾਈਟ ਤੋਂ ਹੀ ਆਪਾਂ ਨੂੰ ਮਿਲੂਗੀ। ਠੀਕ ਹੈ, ਕਿਉਂਕਿ ਕਈ ਵਾਰ ਸਪੋਜ਼ ਕਰੋ ਡਿਊ ਟੂ ਐਨੀ ਰੀਜ਼ਨ ਇਹਨਾਂ ਦੇ ਵਿੱਚ ਨੋਟੀਫਿਕੇਸ਼ਨਾਂ ਦੇ ਵਿੱਚ ਚੇਂਜ ਵੀ ਕੀਤੀ ਜਾ ਸਕਦੀ ਹੈ, ਡੇਟਾਂ ਦੇ ਵਿੱਚ ਚੇਂਜ ਵੀ ਕੀਤੀ ਜਾ ਸਕਦੀ ਹੈ। ਠੀਕ ਹੈ, ਉਸ ਲਈ ਤੁਸੀਂ ਬਾਰ-ਬਾਰ ਇਸ ਵੈਬਸਾਈਟ ਨੂੰ ਵਿਜ਼ਿਟ ਕਰਦੇ ਰਹੋ, ਇਹ ਨਾ ਭੁੱਲਿਓ। ਠੀਕ ਹੈ, ਇਸ ਤੋਂ ਬਾਅਦ ਅਗਲੀ ਗੱਲ ਇਹ ਵੀ ਹੈ, ਕੋਈ ਵੀ ਅਪਡੇਟਡ ਇਨਫੋਰਮੇਸ਼ਨ ਆ ਦੇਖੋ ਉਹਦੇ ਬਾਰੇ ਕਈ ਵਾਰ ਸਾਨੂੰ ਨਾ ਵੀ ਪਤਾ ਲੱਗੇ ਤਾਂ ਤੁਸੀਂ ਸੰਬੰਧਿਤ ਵਿਭਾਗ ਦੀ ਜਿਹੜੀ ਵੀ ਵੀਡੀਓ ਬਣਾਉਂਦੇ ਆ ਉਹਦੇ ਸੰਬੰਧਿਤ ਵਿਭਾਗ ਦੀ ਵੈਬਸਾਈਟ ਨੂੰ ਜ਼ਰੂਰ ਸਮੇਂ-ਸਮੇਂ 'ਤੇ ਦੇਖਦੇ ਰਹੋ, ਉਹਦੇ ਨਾਲ ਤੁਹਾਨੂੰ ਲੇਟੈਸਟ ਇਨਫੋਰਮੇਸ਼ਨ ਮਿਲਦੀ ਰਹੇਗੀ। ਠੀਕ ਹੈ, ਕਿਉਂਕਿ ਕੋਈ ਵੀ ਕਿਸੇ ਵੀ ਵੇਲੇ ਅਪਡੇਟ ਕੀਤੀ ਜਾ ਸਕਦੀ ਹੁੰਦੀ ਆ। ਠੀਕ ਹੈ, ਇਸੇ ਨਾਲ ਹੀ ਦੇਖੋ ਇਹ ਵਾਲੀ ਵੀਡੀਓ ਖਤਮ ਹੁੰਦੀ ਹੈ। ਮੇਰੀ ਕੋਸ਼ਿਸ਼ ਆਪਾਂ ਜੌਬਸ ਦੀ ਵੀਡੀਓ ਲੈ ਕੇ ਆਵਾਂਗੇ, ਵੱਧ ਤੋਂ ਵੱਧ ਸ਼ੇਅਰ ਕਰਿਓ। ਹਜੇ ਕੋਈ ਕਰੰਟਲੀ ਜਦੋਂ ਵੀ ਕੋਈ ਪੋਸਟ ਆਉਂਦੀ ਹੈ ਮੇਨ ਆਪਣੇ, ਠੀਕ ਹੈ, ਤਾਂ ਮੈਂ ਤੁਹਾਨੂੰ ਕੋਸ਼ਿਸ਼ ਕਰੂੰਗਾ ਵੀ ਜ਼ਰੂਰ ਪੇਸ਼ ਕਰ ਸਕਾਂ ਵੀਡੀਓ ਦੇ ਰੂਪ ਦੇ ਵਿੱਚ, ਤੁਹਾਨੂੰ ਕੱਲੀ ਗੱਲ ਸਮਝਾ ਸਕਾਂ। ਠੀਕ ਹੈ, ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਤੁਹਾਡੇ ਸ਼ੇਅਰ ਕਰਨ ਨਾਲ ਹੀ ਹੋਰ ਵੀਡੀਓ ਬਣਾਉਣ ਲਈ ਆਪਾਂ ਨੂੰ ਮੋਟੀਵੇਸ਼ਨ ਮਿਲਣੀ ਆ। ਇਸੇ ਨਾਲ ਹੀ ਵੀਡੀਓ ਖਤਮ ਹੁੰਦੀ ਹੈ ਜੀ। ਆਗਿਆ ਦਿਓ, ਧੰਨਵਾਦ।